This is coronavirus COVID-19 update. ਅੱਜ ਪ੍ਰਾਈਮ ਮਿਨਿਸਟਰ ਜਸਟਿਨ ਟਰੂਡੋ ਨੇ ਆਪਣੀ ਡੇਲੀ ਬਰੀਫਿੰਗ ਵਿੱਚ ਦੱਸਿਆ ਕਿ EMPLOYERS ਹੁਣ ਕੈਨੇਡਾ ਐਮਰਜੈਂਸੀ ਵੇਜ ਸਬਸਿਡੀ ਲਈ ਆਨਲਾਈਨ ਅੱਜ ਤੋਂ ਅਪਲਾਈ ਕਰ ਸਕਦੇ ਨੇ। ਇਸ ਵੇਜ ਸਬਸਿਡੀ ਦੀਆਂ ਪੇਮੈਂਟਸ ਜਿਹੜੀਆਂ ਨੇ ਉਹ ਰੈਟਰੋਐਕਟਿਵ ਬੇਸਿਸ ਤੇ 15 ਮਾਰਚ ਤੋਂ 6 ਜੂਨ ਤੱਕ ਦੇ ਪੀਰੀਅਡਸ ਲਈ ਹੋਣਗੀਆਂ ਤੇ ਇਹਨਾਂ ਪੇਮੈਂਟਸ ਨੂੰ ਡਾਇਰੈਕਟ ਡਿਪੋਜ਼ਿਟ ਰਾਹੀਂ ਜਮ੍ਹਾਂ ਕੀਤਾ ਜਾਏਗਾ ਤੇ 7 ਮਈ ਤੋਂ ਪਹਿਲੀ ਪੇਮੈਂਟ ਸ਼ੁਰੂ ਹੋਣ ਦੀ ਉਮੀਦ ਹੈ। 6 ਜੂਨ ਦੇ ਪੀਰੀਅਡ ਤੋਂ ਬਾਅਦ ਇਸ ਵੇਜ ਸਬਸਿਡੀ ਪ੍ਰੋਗਰਾਮ ਨੂੰ ਐਕਸਟੈਂਡ ਕੀਤਾ ਜਾਏਗਾ ਜਾਂ ਨਹੀਂ, ਇਹ ਸਵਾਲ ਅਜੇ ਵੀ ਬਰਕਰਾਰ ਹੈ। ਅੱਜ ਲਗਾਤਾਰ ਤੀਸਰੇ ਦਿਨ ਓਨਟਾਰੀਓ ਵਿੱਚ ਕੋਵਿਡ-19 ਦੇ ਨਵੇਂ ਮਾਮਲਿਆਂ ਵਿੱਚ ਗਿਰਾਵਟ ਦਰਜ ਕੀਤੀ ਗਈ। ਹਾਲਾਂਕਿ ਕੱਲ ਦੇ ਮੁਕਾਬਲੇ ਅੱਜ ਸਿਰਫ 2.9% ਦੇ ਵਾਧੇ ਨਾਲ 424 ਕੇਸਿਸ ਕਨਫਰਮ ਹੋਏ, ਪਰ ਮੌਤਾਂ ਦੀ ਸੰਖਿਆ ਹੁਣ ਤੱਕ ਦੀ ਸਭ ਤੋਂ ਜ਼ਿਆਦਾ ਸੀ। ਲੌਂਗ ਟਰਮ ਕੇਅਰ ਹੋਮਸ ਤੇ ਕੋਵਿਡ-19 ਦਾ ਪ੍ਰਕੋਪ ਜਾਰੀ ਹੈ ਤੇ ਅੱਜ 57 ਨਵੀਆਂ ਡੈਥਸ ਰਿਪੋਰਟ ਕੀਤੀਆਂ ਗਈਆਂ। ਹੁਣ ਤੱਕ ਓਨਟਾਰੀਓ ਵਿੱਚੋਂ ਸਾਹਮਣੇ ਆਏ 14,000 ਤੋਂ ਜ਼ਿਆਦਾ ਕੇਸਿਸ ਦੇ ਵਿੱਚੋਂ ਅੱਧੇ ਤੋਂ ਜ਼ਿਆਦਾ ਯਾਨੀ ਕਿ 8,525 ਕੇਸਿਸ ਪੂਰੀ ਤਰ੍ਹਾਂ ਰਿਜ਼ੋਲਵ ਹੋ ਚੁੱਕੇ ਨੇ। ਟੋਰਾਂਟੋ ਬੇਸਡ ਪੋਰਟਰ 에ਅਰਲਾਈਨਸ ਨੇ ਅੱਜ ਕਿਹਾ ਕਿ ਉਹ ਪਹਿਲਾਂ ਐਲਾਨੀ ਗਈ ਸਸਪੈਂਸ਼ਨ ਵਿੱਚ 4 ਹੋਰ ਹਫ਼ਤਿਆਂ ਦਾ ਵਾਅਦਾ ਕਰ ਰਹੇ ਹਨ। ਹੁਣ ਪੋਰਟਰ 에ਅਰਲਾਈਨਸ ਵੱਲੋਂ ਆਪਣੀਆਂ ਫਲਾਈਟਸ 29 ਜੂਨ ਤੱਕ ਸਸਪੈਂਡ ਕੀਤੀਆਂ ਜਾ ਰਹੀਆਂ ਹਨ। 21 ਮਾਰਚ ਨੂੰ 에ਅਰਲਾਈਨਸ ਨੇ ਆਪਣੀਆਂ ਫਲਾਈਟਸ 1 ਜੂਨ ਤੱਕ ਸਸਪੈਂਡ ਕਰਨ ਦਾ ਫੈਸਲਾ ਲਿਆ ਸੀ। ਕੋਵਿਡ-19 ਪੈਂਡੈਮਿਕ ਦੌਰਾਨ ਲੱਗੀਆਂ ਰਿਸਟ੍ਰਿਕਸ਼ਨਸ ਨੂੰ ਖੋਲ੍ਹਣ ਲਈ ਓਨਟਾਰੀਓ ਸਰਕਾਰ ਵੱਲੋਂ ਅੱਜ ਆਪਣਾ ਫਰੇਮਵਰਕ ਜਾਰੀ ਕੀਤਾ ਗਿਆ। ਪ੍ਰੀਮੀਅਰ ਡਗ ਫੋਰਡ ਨੇ ਕਿਹਾ ਕਿ ਇਕਨੋਮੀ ਨੂੰ ਮੁੜ ਖੋਲ੍ਹਣ ਦਾ ਕੰਮ 3 ਸਟੇਜਸ ਵਿੱਚ ਕੀਤਾ ਜਾਵੇਗਾ। ਹਾਲਾਂਕਿ ਉਹਨਾਂ ਨੇ ਕੋਈ ਸਪੈਸੀਫਿਕ ਲੋਕੇਸ਼ਨਸ ਜਾਂ ਡੇਟਸ ਬਾਰੇ ਜਾਣਕਾਰੀ ਨਹੀਂ ਦਿੱਤੀ। ਫੋਰਡ ਨੇ ਕਿਹਾ ਕਿ ਇਹ ਵਾਇਰਸ ਆਪਣੀ ਮਰਜ਼ੀ ਦੀ ਟਾਈਮਲਾਈਨ ਤੇ ਚੱਲਦਾ ਹੈ, ਇਸ ਲਈ ਕੋਈ ਫਿਕਸ ਡੇਟਸ ਨਹੀਂ ਦੱਸੀਆਂ ਜਾ ਸਕਦੀਆਂ, ਪਰ ਉਹਨਾਂ ਕਿਹਾ ਕਿ ਸਹੀ ਸਮਾਂ ਆਉਣ ਤੇ ਹੈਲਥ ਅਧਿਕਾਰੀਆਂ ਨਾਲ ਕੰਸਲਟੇਸ਼ਨਸ ਤੋਂ ਬਾਅਦ ਹੀ ਇਸ ਫਰੇਮਵਰਕ ਨੂੰ ਲਾਗੂ ਕੀਤਾ ਜਾਵੇਗਾ। ਹੈਲਥ ਕੈਨੇਡਾ ਨੇ ਇੱਕ ਐਡਵਾਈਜ਼ਰੀ ਜਾਰੀ ਕਰਦਿਆਂ ਕਿਹਾ ਕਿ ਕਲੋਰੋਕਿਨ ਅਤੇ ਹਾਈਡਰੋਕਸੀ ਕਲੋਰੋਕਿਨ ਇਹਨਾਂ ਡਰੱਗਸ ਦੇ ਸੀਰੀਅਸ ਸਾਈਡ ਇਫੈਕਟਸ ਹੋ ਸਕਦੇ ਨੇ। ਮਲੇਰੀਆ, ਲਿਊਪਸ ਅਤੇ ਅਰਥਰਾਈਟਿਸ ਦੇ ਇਲਾਜ ਲਈ ਕੈਨੇਡਾ ਵਿੱਚ ਇਹ ਜਿਹੜੀ ਡਰੱਗ ਹੈ ਇਹ ਅਪਰੂਵਡ ਹੈ, ਪਰ ਕੋਵਿਡ-19 ਦੇ ਇਲਾਜ ਲਈ ਇਸ ਦੇ ਕਲੀਨਿਕਲ ਟ੍ਰਾਇਲਸ ਫਿਲਹਾਲ ਜਾਰੀ ਨੇ। ਇਹ ਉਹੀ ਡਰੱਗ ਹੈ ਕਿ ਜਿਸ ਨੂੰ ਅਮਰੀਕਨ ਪ੍ਰੈਜ਼ੀਡੈਂਟ ਡੋਨਾਲਡ ਟਰੰਪ ਨੇ ਮੈਡੀਸਨ ਦੀ ਹਿਸਟਰੀ ਵਿੱਚ ਗੇਮ ਚੇਂਜਰ ਦੱਸਿਆ ਸੀ ਤੇ ਵੱਡੀ ਤਾਦਾਦ ਵਿੱਚ ਭਾਰਤ ਕੋਲੋਂ ਇਸ ਡਰੱਗ ਨੂੰ ਇੰਪੋਰਟ ਕੀਤਾ ਹੈ। ਹੈਲਥ ਕੈਨੇਡਾ ਨੇ ਐਡਵਾਈਜ਼ਰੀ ਜਾਰੀ ਕਰਦਿਆਂ ਕਿਹਾ ਕਿ ਫਿਜ਼ੀਸ਼ੀਅਨ ਦੀ ਸੁਪਰਵਿਜ਼ਨ ਦੇ ਅੰਡਰ ਹੀ ਇਸ ਡਰੱਗ ਦਾ ਇਸਤੇਮਾਲ ਕੀਤਾ ਜਾਵੇ। ਐਂਗਸ ਰੀਡ ਵੱਲੋਂ ਕਰਵਾਏ ਗਏ ਨਵੇਂ ਸਰਵੇ ਦੇ ਮੁਤਾਬਿਕ ਸਰਵੇ ਵਿੱਚ ਹਿੱਸਾ ਲੈਣ ਵਾਲੇ 50% ਕੈਨੇਡੀਅਨਸ ਦਾ ਕਹਿਣਾ ਹੈ ਕਿ ਕੋਵਿਡ-19 ਪੈਂਡੈਮਿਕ ਦੇ ਚੱਲਦੇ ਉਹਨਾਂ ਦੀ ਮੈਂਟਲ ਹੈਲਥ ਹੋਰ ਵੀ ਖਰਾਬ ਹੋ ਗਈ ਹੈ। ਇਸ ਸਰਵੇ ਵਿੱਚ ਹਿੱਸਾ ਲੈਣ ਵਾਲੇ 44% ਲੋਕਾਂ ਦਾ ਕਹਿਣਾ ਹੈ ਕਿ ਉਹ ਇਸ ਸਾਰੀ ਸਥਿਤੀ ਨੂੰ ਲੈ ਕੇ ਚਿੰਤਿਤ ਹਨ। 41% ਦਾ ਕਹਿਣਾ ਹੈ ਕਿ ਉਹਨਾਂ ਨੂੰ ਐਂਜ਼ਾਈਟੀ ਹੋ ਰਹੀ ਹੈ ਅਤੇ 30% ਦਾ ਕਹਿਣਾ ਹੈ ਕਿ ਉਹ ਬੋਰਡ ਮਹਿਸੂਸ ਕਰ ਰਹੇ ਹਨ। ਬ੍ਰਿਟਿਸ਼ ਪ੍ਰਾਈਮ ਮਿਨਿਸਟਰ ਬੋਰਿਸ ਜੌਨਸਨ ਅੱਜ ਸਵੇਰੇ ਕੰਮ ਤੇ ਵਾਪਸ ਆ ਗਏ ਹਨ। ਜੌਨਸਨ ਕੋਰੋਨਾ ਵਾਇਰਸ ਤੋਂ ਇਨਫੈਕਟ ਹੋ ਗਏ ਸਨ। ਅੱਜ 10 ਡਾਊਨਿੰਗ ਸਟਰੀਟ ਤੇ ਆਪਣੇ ਦਫ਼ਤਰ ਦੇ ਬਾਹਰੋਂ ਉਹਨਾਂ ਨੇ ਸੰਬੋਧਨ ਕਰਦੇ ਹੋਏ ਕਿਹਾ ਕਿ ਇਕਨੋਮੀ ਨੂੰ ਦੁਬਾਰਾ ਖੋਲ੍ਹਣ ਸਮੇਂ ਕੋਰੋਨਾ ਵਾਇਰਸ ਦੀ ਦੂਸਰੀ ਵੇਵ ਨੂੰ ਧਿਆਨ ਵਿੱਚ ਰੱਖਣਾ ਬਹੁਤ ਜ਼ਰੂਰੀ ਹੈ। US ਵਿੱਚ ਪ੍ਰੈਜ਼ੀਡੈਂਟ ਡੋਨਾਲਡ ਟਰੰਪ ਵੱਲੋਂ ਡਿਸਇਨਫੈਕਟੈਂਟ ਸੰਬੰਧੀ ਦਿੱਤੇ ਬਿਆਨ ਤੋਂ ਬਾਅਦ ਉੱਥੇ ਦੀਆਂ ਸਟੇਟਸ ਵਿੱਚ ਪੋਇਜ਼ਨ ਕੰਟਰੋਲ ਸੈਂਟਰਸ ਨੂੰ ਆਉਂਦੀਆਂ ਕਾਲਸ ਵਿੱਚ ਵਾਧਾ ਦਰਜ ਕੀਤਾ ਗਿਆ। ਨਿਊਯਾਰਕ ਸਿਟੀ ਦੇ ਡਿਪਾਰਟਮੈਂਟ ਆਫ ਹੈਲਥ ਐਂਡ ਮੈਂਟਲ ਹਾਈਜੀਨ ਦੇ ਮੁਤਾਬਿਕ ਉਹਨਾਂ ਨੂੰ ਪ੍ਰੈਜ਼ੀਡੈਂਟ ਦੇ ਇਸ ਬਿਆਨ ਤੋਂ 18 ਘੰਟਿਆਂ ਦੇ ਅੰਦਰ ਲਾਈਸੋਲ ਨੂੰ ਐਕਸਪੋਜ਼ ਹੁੰਦੀਆਂ 9 ਕਾਲਸ ਆਈਆਂ, ਬਲੀਚ ਨੂੰ ਐਕਸਪੋਜ਼ ਹੁੰਦੀਆਂ 10 ਅਤੇ ਹੋਰ ਹਾਊਸਹੋਲਡ ਕਲੀਨਰਸ ਨੂੰ ਐਕਸਪੋਜ਼ ਹੁੰਦੀਆਂ 11 ਕਾਲਸ ਆਈਆਂ ਹਨ। ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਕੋਰੋਨਾ ਵਾਇਰਸ ਕਾਰਨ ਭਾਰਤ ਵਿੱਚ ਲਗਾਏ ਗਏ ਲਾਕਡਾਊਨ ਦਰਮਿਆਨ ਮੌਜੂਦਾ ਸਥਿਤੀ ਅਤੇ ਇਸ ਨਾਲ ਨਜਿੱਠਣ ਲਈ ਅੱਗੇ ਅਪਣਾਈਆਂ ਜਾਣ ਵਾਲੀਆਂ ਨੀਤੀਆਂ ਤੇ ਗੱਲਬਾਤ ਕਰਨ ਲਈ ਸਟੇਟਸ ਅਤੇ ਯੂਨੀਅਨ ਟੈਰੀਟਰੀਜ਼ ਦੇ ਚੀਫ ਮਿਨਿਸਟਰਸ ਨਾਲ ਵਰਚੁਅਲ ਮੀਟਿੰਗ ਕੀਤੀ। ਨਾਰਵੇ ਵਿੱਚ ਅੱਜ ਸਕੂਲਸ ਖੁੱਲ ਗਏ ਹਨ। ਗ੍ਰੇਡ 1 ਤੋਂ ਗ੍ਰੇਡ 4 ਤੱਕ ਦੇ ਬੱਚੇ ਅੱਜ ਵਾਪਸ ਸਕੂਲ ਗਏ। ਉੱਥੇ ਅੱਜ ਤੋਂ ਟੈਟੂ ਪਾਰਲਰਸ ਅਤੇ ਬਿਊਟੀ ਸੈਲੂਨਸ ਵੀ ਖੁੱਲ ਗਏ ਹਨ। ਬ੍ਰਿਟਨ ਵਿੱਚ ਅੱਜ ਤੋਂ ਆਮ ਲੋਕ ਸਰਕਾਰ ਦੀ ਵੈਬਸਾਈਟ ਤੇ ਕੋਵਿਡ-19 ਨਾਲ ਸੰਬੰਧਿਤ ਆਪਣੇ ਸਵਾਲ ਭੇਜ ਸਕਦੇ ਹਨ। ਉੱਥੇ ਦੀ ਪੋਲਿੰਗ ਏਜੰਸੀ YouGov ਹਰ ਰੋਜ਼ ਜਨਤਾ ਵੱਲੋਂ ਭੇਜੇ ਸਵਾਲਾਂ ਵਿੱਚੋਂ ਇੱਕ ਸਵਾਲ ਚੁਣਿਆ ਕਰੇਗੀ, ਜਿਸ ਦਾ ਜਵਾਬ 10 ਡਾਊਨਿੰਗ ਸਟਰੀਟ ਵਿੱਚ ਹੁੰਦੀ ਪ੍ਰੈਸ ਕਾਨਫਰੰਸ ਵਿੱਚ ਦਿੱਤਾ ਜਾਇਆ ਕਰੇਗਾ। ਸਰਕਾਰ ਦਾ ਕਹਿਣਾ ਹੈ ਕਿ ਇਸ ਨਿਊਜ਼ ਕਾਨਫਰੰਸ ਵਿੱਚ ਹਿੱਸਾ ਲੈ ਰਹੇ ਅਧਿਕਾਰੀਆਂ ਨੂੰ ਇਹ ਸਵਾਲ ਪਹਿਲਾਂ ਤੋਂ ਦੱਸਿਆ ਨਹੀਂ ਜਾਵੇਗਾ। ਬ੍ਰਿਟੇਨ ਵਿੱਚ ਕੋਰੋਨਾ ਵਾਇਰਸ ਲਾਕਡਾਊਨ ਦੇ ਦੌਰਾਨ ਨੈਸ਼ਨਲ ਡੋਮੈਸਟਿਕ ਅਬਿਊਜ਼ ਹੈਲਪਲਾਈਨ ਨੂੰ ਆਉਂਦੀਆਂ ਕਾਲਸ ਵਿੱਚ 49% ਦਾ ਵਾਧਾ ਦਰਜ ਕੀਤਾ ਗਿਆ। ਹੋਮ ਅਫੇਅਰਸ ਕਮੇਟੀ ਨੇ ਦੱਸਿਆ ਕਿ 23 ਮਾਰਚ ਨੂੰ ਐਲਾਨੇ ਗਏ ਲਾਕਡਾਊਨ ਮੈਜਰਸ ਤੋਂ ਲੈ ਕੇ 12 ਅਪ੍ਰੈਲ ਤੱਕ ਔਰਤਾਂ ਅਤੇ ਬੱਚਿਆਂ ਨੂੰ ਘਰੇਲੂ ਝਗੜੇ ਦੇ ਕਾਰਨ ਕਤਲ ਕਰਨ ਦੀਆਂ ਘੱਟੋ-ਘੱਟ 16 ਘਟਨਾਵਾਂ ਰਿਪੋਰਟ ਕੀਤੀਆਂ ਗਈਆਂ, ਜੋ ਕਿ ਪਿਛਲੇ 10 ਸਾਲਾਂ ਦੌਰਾਨ ਇਸ 21 ਦਿਨਾਂ ਦੇ ਪੀਰੀਅਡ ਵਿੱਚ ਰਿਪੋਰਟ ਕੀਤੀਆਂ ਜਾਂਦੀਆਂ ਘਟਨਾਵਾਂ ਦੀ
ਔਸਤ ਦੇ ਮੁਕਾਬਲੇ ਦੁੱਗਣੀਆਂ ਹਨ। ਯੂਰਪ ਵਿੱਚ 27 ਮੁਲਕਾਂ ਦੇ ਇੱਕ ਬਲਾਕ ਵੱਲੋਂ ਕਰੋਨਾ ਵਾਇਰਸ ਨਾਲ ਨਜਿੱਠਣ ਲਈ 800 ਮਿਲੀਅਨ ਯੂਰੋਜ਼ ਦਾ ਫੰਡ ਸਥਾਪਿਤ ਕੀਤਾ ਗਿਆ ਹੈ। ਇਸ ਫੰਡ ਦੇ ਤਹਿਤ ਫਾਈਨੈਂਸ਼ੀਅਲ ਏਡ ਲਈ ਅਪਲਾਈ ਕਰਨ ਵਾਲਾ ਇਟਲੀ ਪਹਿਲਾ ਯੂਰਪੀਅਨ ਯੂਨੀਅਨ ਕੰਟਰੀ ਬਣ ਗਿਆ ਹੈ। ਯੂਰਪੀਅਨ ਯੂਨੀਅਨ ਵਿੱਚ ਆਉਂਦੇ ਮੁਲਕਾਂ ਵਿੱਚੋਂ ਇਟਲੀ ਕਰੋਨਾ ਵਾਇਰਸ ਮਹਾਮਾਰੀ ਕਾਰਨ ਸਭ ਤੋਂ ਵੱਧ ਪ੍ਰਭਾਵਿਤ ਮੁਲਕ ਹੈ। ਇਟਲੀ ਵਿੱਚ ਕਰੋਨਾ ਵਾਇਰਸ ਕਾਰਨ 26,000 ਦੇ ਕਰੀਬ ਮੌਤਾਂ ਹੋ ਚੁੱਕੀਆਂ ਹਨ।